welcome back to my YouTube channel. My name is Amninder and my channel name is Get Knowledge with Me. So आज ਦੀ ਵੀਡੀਓ ਦਾ ਜਿਹੜਾ ਟੌਪਿਕ ਹੈਗਾ that is most important topic, how to avoid distractions. So distractions ਤੋਂ ਅਸੀਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ, ਕਿਵੇਂ ਉਹਨਾਂ ਨੂੰ ਅਵੋਇਡ ਕਰ ਸਕਦੇ ਹੈਗੇ ਆ। ਸੋ ਬਹੁਤ ਸਾਰੇ ਬੱਚਿਆਂ ਨੂੰ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਜਦੋਂ ਪੜ੍ਹਨ ਬੈਠਦੇ ਨੇ ਤਾਂ ਉਹ ਆਪਦੀ ਪੜ੍ਹਾਈ ਤੋਂ ਡਿਸਟਰੈਕਟ ਹੋ ਜਾਂਦੇ ਨੇ। ਸੋ ਡਿਸਟਰੈਕਟ ਹੋਣ ਦੇ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ, ਕਿਉਂਕਿ ਜੇ ਅਸੀਂ ਬੇਸਿਕਲੀ ਡਿਸਟਰੈਕਸ਼ਨਸ ਦੀ ਗੱਲ ਕਰੀਏ ਤਾਂ ਡਿਸਟਰੈਕਸ਼ਨ ਸਾਨੂੰ ਸਾਡੇ ਰਸਤੇ ਤੋਂ ਭਟਕਾਉਣ ਦਾ ਕੰਮ ਕਰਦੀ ਆ। ਸੋ ਡਿਸਟਰੈਕਸ਼ਨਸ ਦੇ ਵਿੱਚ ਕੁਝ ਵੀ ਹੋ ਸਕਦਾ, ਤੁਹਾਡੇ ਪੇਰੈਂਟਸ, ਕੋਈ ਵੀ ਇੱਦਾਂ ਦੀਆਂ ਗੱਲਾਂ, ਤੁਹਾਡੇ ਫਰੈਂਡਸ, ਤੁਹਾਡੇ ਮੋਬਾਈਲ ਫੋਨ, ਜਿਹਦੇ ਕਰਕੇ ਤੁਸੀਂ ਆਪਦੇ ਮੇਨ ਜਿਹੜਾ ਤੁਹਾਡਾ ਗੋਲ ਹੈਗਾ, ਲਕਸ਼ ਹੈਗਾ, ਉਹਦੇ ਤੋਂ ਭਟਕ ਜਾਂਦੇ ਹੈਗੇ ਹੋ। ਸੋ ਉਹਨਾਂ ਨੂੰ ਡਿਸਟਰੈਕਸ਼ਨਸ ਬੋਲਿਆ ਜਾਂਦਾ ਹੈ। ਸੋ ਬਹੁਤ ਸਾਰੀਆਂ ਪ੍ਰੋਬਲਮਸ ਇੱਦਾਂ ਦੀਆਂ ਆਉਂਦੀਆਂ ਨੇ। ਸਟੱਡੀ ਟਿਪਸ ਦੇ ਰਿਗਾਰਡਿੰਗ ਬਹੁਤ ਸਾਰੀਆਂ ਵੀਡੀਓਜ਼ ਬਣਦੀਆਂ ਨੇ, ਜਿਹਦੇ ਵਿੱਚ ਮੇਨ ਪੁਆਇੰਟ ਹੀ ਇਹ ਬਣਦਾ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਪੜ੍ਹਨ ਬੈਠੋ ਤਾਂ ਡਿਸਟਰੈਕਸ਼ਨਸ ਤੋਂ ਦੂਰ ਰਹੋ, ਆਪਦੇ ਮੋਬਾਈਲ ਫੋਨਸ ਜਾਂ ਇੱਦਾਂ ਦੀਆਂ ਚੀਜ਼ਾਂ ਤੋਂ ਦੂਰ ਰਹੋ ਜਿਹੜੇ ਤੁਹਾਨੂੰ ਪੜ੍ਹਨ ਨਹੀਂ ਦਿੰਦੀਆਂ ਹੈਗੀਆਂ। ਪਰ ਫਿਰ ਵੀ ਬੱਚਿਆਂ ਤੋਂ ਇਹ ਵਾਲੀ ਟਿਪ ਜਿਹੜੀ ਹੈਗੀ ਆ ਫੋਲੋ ਨਹੀਂ ਹੋ ਪਾਉਂਦੀ, ਕਿਉਂਕਿ ਉਹਨਾਂ ਨੂੰ ਸਮਝ 'ਚ ਨਹੀਂ ਆਉਂਦਾ ਕਿ ਅਸੀਂ ਕਿਸ ਤਰੀਕੇ ਨਾਲ ਇਹਨਾਂ ਤੋਂ ਦੂਰ ਰਹੀਏ। ਸਾਨੂੰ ਪਤਾ ਹੈ ਕਿ ਡਿਸਟਰੈਕਸ਼ਨਸ ਤੋਂ ਦੂਰ ਰਹਿਣਾ ਹੈ, ਬਟ ਕਿਸ ਤਰੀਕੇ ਨਾਲ ਦੂਰ ਰਹੀਏ, ਸੋ ਉਹਨਾਂ ਦੀ ਹੀ ਗੱਲ ਕਰਾਂਗੇ। ਸੋ ਇਹ ਜਿਹੜੀ ਫੁੱਲੀ ਵੀਡੀਓ ਹੈਗੀ ਆ, ਫੁੱਲੀ ਡੈਡੀਕੇਟਡ ਹੈਗੀ ਆ ਇਹਨਾਂ ਟਿਪਸ ਨੂੰ ਹੀ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਸੋ ਬਹੁਤ ਸਾਰੀਆਂ ਟਿਪਸ ਦੱਸੀਆਂ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਡੇਲੀ ਬੇਸਿਸ 'ਤੇ ਇਹਨਾਂ ਡਿਸਟਰੈਕਸ਼ਨਸ ਤੋਂ ਛੁਟਕਾਰਾ ਪਾ ਸਕਦੇ ਹੋ। ਸੋ ਜਿਹੜੀਆਂ ਡਿਸਟਰੈਕਸ਼ਨਸ ਹੁੰਦੀਆਂ ਨੇ ਨਾ, ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ। ਉਹ ਇੰਨਾ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਕਿ ਸਮਟਾਈਮ ਸਾਨੂੰ ਪਤਾ ਨਹੀਂ ਲੱਗਦਾ। ਬਟ ਇਹਦੇ ਲਈ ਇੱਕ ਛੋਟੀ ਜਿਹੀ ਐਗਜ਼ਾਮਪਲ ਅਗਰ ਮੈਂ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਾਂ, ਜਿਸ ਟਾਈਮ ਦੇ ਉੱਪਰ ਕੋਈ ਵੀ ਪਰਸਨ ਵਹੀਕਲ ਚਲਾ ਰਿਹਾ ਹੁੰਦਾ, ਵਹੀਕਲ ਮੀਨਸ ਕਾਰ ਜਾਂ ਕੋਈ ਵੀ ਬੱਸ, ਕਾਰ, ਸਕੂਟੀ ਜਾਂ ਸਕੂਟਰ, ਕੁਝ ਵੀ ਚਲਾ ਰਿਹਾ ਹੁੰਦਾ, ਤਾਂ ਉਸ ਟਾਈਮ ਦੇ ਉੱਪਰ ਜਿਹੜੀ ਸਭ ਤੋਂ ਵੱਡੀ ਵਾਰਨਿੰਗ ਹੈ ਉਸ ਪਰਸਨ ਨੂੰ ਇਹੀ ਦਿੱਤੀ ਜਾਂਦੀ ਆ ਕਿ ਕਦੇ ਵੀ ਡਿਸਟਰੈਕਟ ਨਹੀਂ ਹੋਣਾ। ਜਦੋਂ ਵੀ ਤੁਸੀਂ ਵਹੀਕਲ ਨੂੰ ਚਲਾ ਰਹੇ ਹੋ ਤਾਂ ਉਹਦਾ ਚਲਾਉਣ ਵੰਨੀ ਅਤੇ ਰਸਤੇ ਉੱਪਰ ਫੋਕਸ ਰੱਖਣਾ ਹੈ। ਜੋ ਵੀ ਰਸਤੇ ਦੇ ਵਿੱਚ ਚੀਜ਼ਾਂ ਆ ਰਹੀਆਂ ਨੇ ਉਹਨਾਂ ਤੋਂ ਡਿਸਟਰੈਕਟ ਨਹੀਂ ਹੋਣਾ, ਕਿਉਂਕਿ ਜੇ ਉਹਨਾਂ ਚੀਜ਼ਾਂ ਤੋਂ ਤੁਸੀਂ ਡਿਸਟਰੈਕਟ ਹੋ ਗਏ ਦੈਟ ਮੀਨਸ ਤੁਹਾਡਾ ਐਕਸੀਡੈਂਟ ਹੋਣਾ ਲਾਜ਼ਮੀ ਆ। ਤਾਂ ਤੁਸੀਂ ਖੁਦ ਦੇਖੋ, ਕਈ ਵਾਰੀ ਕੀ ਹੁੰਦਾ, ਕਈ ਪਰਸਨਸ ਗੱਲਾਂ ਦੇ ਵਿੱਚ ਉਲਝ ਜਾਂਦੇ ਨੇ ਜਾਂ ਮਿਊਜ਼ਿਕ ਸੁਣਨ ਲੱਗ ਜਾਂਦੇ ਨੇ, ਉਹਨਾਂ ਦੇ ਵਿੱਚ ਉਲਝ ਜਾਂਦੇ ਨੇ ਅਤੇ ਰਸਤੇ ਦੇ ਉੱਪਰ ਬਹੁਤ ਸਾਰੇ ਐਕਸੀਡੈਂਟ ਦੇ ਰਿਗਾਰਡਿੰਗ ਕੇਸਿਸ ਸਾਨੂੰ ਦੇਖਣ ਨੂੰ ਮਿਲਦੇ ਨੇ। ਉਹ ਇਸੇ ਵਜ੍ਹਾ ਕਰਕੇ ਹੁੰਦਾ ਕਿਉਂਕਿ ਸਾਡਾ ਜਿਹੜਾ ਧਿਆਨ ਹੈਗਾ ਜਾਂ ਉਹਨਾਂ ਪਰਸਨ ਦਾ ਜਿਹੜਾ ਧਿਆਨ ਹੈਗਾ ਉਸ ਸਮੇਂ ਦੇ ਉੱਪਰ ਉਹ ਕੰਮ ਨੂੰ ਲੈ ਕੇ ਨਹੀਂ ਸੀਗਾ, ਹੋਰ ਪਾਸੇ ਧਿਆਨ ਚਲਾ ਗਿਆ, ਜਿਹਦੀ ਵਜ੍ਹਾ ਕਰਕੇ ਐਕਸੀਡੈਂਟਸ ਹੋ ਗਏ। ਸੋ ਸੇਮ ਹੀ ਸਟੱਡੀਜ਼ ਦੇ ਵਿੱਚ ਹੁੰਦਾ, ਜੇ ਅਸੀਂ ਆਪਦੀ ਪੜ੍ਹਾਈ ਵੱਲ ਪ੍ਰੋਪਰ ਫੋਕਸ ਨਹੀਂ ਕਰਾਂਗੇ, ਕੌਨਸਨਟਰੇਟ ਨਹੀਂ ਕਰਾਂਗੇ, ਤਾਂ ਉਹਦੇ ਨਾਲ ਓਬਵੀਅਸ ਹੈ ਕਿ ਸਾਡੇ ਵਧੀਆ ਮਾਰਕਸ ਨਹੀਂ ਆਉਣਗੇ, ਅਸੀਂ ਵਧੀਆ ਸਕੋਰ ਨਹੀਂ ਲੈ ਪਾਵਾਂਗੇ। ਲੈਟਸ ਟਾਕ ਅਬਾਊਟ ਦੀ ਫਸਟ ਐਂਡ ਦੀ ਮੋਸਟ ਇੰਪੋਰਟੈਂਟ ਟਿਪ। ਅਗਰ ਤੁਸੀਂ ਇਸ ਟਿਪ ਨੂੰ ਫੋਲੋ ਕਰਦੇ ਹੋ ਤਾਂ ਤੁਹਾਨੂੰ ਬਾਕੀ ਦੀਆਂ ਟਿਪਸ ਨੂੰ ਫੋਲੋ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇਸ ਇੱਕ ਟਿਪ ਦੇ ਵਿੱਚ ਸਾਰੀਆਂ ਟਿਪਸ ਜਿਹੜੀਆਂ ਨੇ ਇਨਕਲੂਡ ਹੋ ਜਾਂਦੀਆਂ ਨੇ। ਐਂਡ ਇਸ ਇੱਕ ਟਿਪ ਨੂੰ ਫੋਲੋ ਕਰਕੇ ਤੁਸੀਂ ਆਪਦੀ ਲਾਈਫ ਨੂੰ ਬਹੁਤ ਵਧੀਆ ਆਰਗੇਨਾਈਜ਼ ਕਰ ਸਕਦੇ ਹੋ, ਕਿਉਂਕਿ ਇਹ ਟਿਪ ਮਲਟੀਪਰਪਸਲੀ ਕੰਮ ਕਰਦੀ ਹੈ। ਚਾਹੇ ਉਹ ਟਾਈਮ ਮੈਨੇਜਮੈਂਟ ਆ, ਚਾਹੇ ਉਹ ਸਟੱਡੀਜ਼ ਦੇ ਵਿੱਚ ਵਧੀਆ ਮਾਰਕਸ ਲੈਣ ਦੀ ਗੱਲ ਹੈਗੀ ਆ, ਚਾਹੇ ਆਪਦੀ ਹੈਲਥ ਨੂੰ ਧਿਆਨ 'ਚ ਰੱਖ ਕੇ ਕੋਈ ਗੱਲ ਹੈਗੀ ਆ, ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕਰਦੀ ਹੈ। ਦੈਟ ਇਜ਼ ਮੇਕ ਟਾਈਮ ਟੇਬਲ। ਸੋ ਹਮੇਸ਼ਾ ਆਪਦਾ ਟਾਈਮ ਟੇਬਲ ਬਣਾਓ ਅਤੇ ਆਪਦੇ ਟਾਈਮ ਟੇਬਲ ਨੂੰ ਸਟ੍ਰਿਕਟਲੀ ਫੋਲੋ ਕਰੋ, ਕਿਉਂਕਿ ਜਦੋਂ ਅਸੀਂ ਆਪਦੇ ਟਾਈਮ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰ ਲੈਂਦੇ ਹਾਂ, ਪਲਾਨ ਕਰ ਲੈਂਦੇ ਹਾਂ ਕਿ ਕਿਸ ਟਾਈਮ ਦੇ ਉੱਪਰ ਅਸੀਂ ਕਿਹੜੇ ਕਿਹੜੇ ਕੰਮ ਕਰਨੇ ਨੇ ਜਾਂ ਕਿੰਨੇ ਕੰਮ ਅਸੀਂ ਦਿਨ ਦੇ ਵਿੱਚ ਕਰ ਪਾਏ ਹਾਂ, ਕਿੰਨੇ ਨਹੀਂ ਕਰ ਪਾਇਆ ਗਿਆ, ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਧਿਆਨ ਦਿੰਦੇ ਹਾਂ ਨਾ, ਤਾਂ ਸਾਨੂੰ ਸਾਡੀਆਂ ਜਿਹੜੀਆਂ ਡਿਸਟਰੈਕਸ਼ਨਸ ਨੇ ਉਹ ਕਦੇ ਵੀ ਡਿਸਟਰੈਕਟ ਨਹੀਂ ਕਰ ਸਕਦੀਆਂ, ਚਾਹੇ ਉਹ ਡਿਸਟਰੈਕਸ਼ਨ ਤੁਹਾਡੇ ਲਈ ਕੁਝ ਵੀ ਹੈਗੀਆਂ ਨੇ। ਸੋ ਅੱਜ ਤੋਂ ਹੀ ਇਹ ਟਿਪ ਨੂੰ ਫੋਲੋ ਕਰਨਾ ਸਟਾਰਟ ਕਰ ਦਿਓ। ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਆ ਕਿ ਆਪਦਾ ਟਾਈਮ ਟੇਬਲ ਬਣਾਉਣਾ ਹੈ। ਕਿਸ ਤਰੀਕੇ ਨਾਲ ਬਣਾਉਣਾ ਹੈ ਕਿ ਤੁਸੀਂ 2 ਦਿਨ 3 ਦਿਨ ਆਪਦੇ ਆਪ ਨੂੰ ਐਗਜ਼ਾਮਿਨ ਕਰਨਾ ਕਿ ਤੁਸੀਂ ਕਿੱਥੇ ਕਿੰਨਾ ਟਾਈਮ ਦੇ ਰਹੇ ਹੋ, ਕਿੰਨੇ ਟਾਈਮ ਦੀ ਤੁਹਾਨੂੰ ਜ਼ਰੂਰਤ ਹੈਗੀ ਆ, ਆਪਦੇ ਵੀਕ ਪੁਆਇੰਟਸ, ਆਪਦੇ ਸਟਰੋਂਗ ਪੁਆਇੰਟਸ ਨੂੰ ਐਨਾਲਿਸਿਸ ਕਰਨਾ ਹੈ। ਦੈਨ ਤੀਜੇ ਦਿਨ ਉਹਨਾਂ ਦੇ ਅਕੋਰਡਿੰਗ ਆਪਦੇ ਟਾਈਮ ਨੂੰ ਮੈਨੇਜ ਕਰਨਾ ਹੈ, ਮੀਨਸ ਟਾਈਮ ਟੇਬਲ ਬਣਾਉਣਾ ਹੈ ਕਿ ਕਿੰਨਾ ਟਾਈਮ ਤੁਹਾਨੂੰ ਕਿਸ ਚੀਜ਼ ਨੂੰ ਦੇਣ ਦੀ ਜ਼ਰੂਰਤ ਹੈਗੀ ਹੈ। ਆਫਟਰ ਦੈਟ ਉਹਨੂੰ ਸਟ੍ਰਿਕਟਲੀ ਫੋਲੋ ਕਰਨਾ ਹੈਗਾ। ਸੋ ਬਹੁਤ ਸਾਰੇ ਬੱਚਿਆਂ ਲਈ ਜਿਹੜਾ ਟਾਈਮ ਟੇਬਲ ਹੈਗਾ ਉਹ ਵਧੀਆ ਸਿੱਧ ਨਹੀਂ ਹੁੰਦਾ। ਉਹ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਆਪਦੀ ਸਿਚੁਏਸ਼ਨਸ ਨੂੰ ਧਿਆਨ 'ਚ ਰੱਖ ਕੇ ਜਾਂ ਆਪਦੇ ਰੀਅਲਿਸਟਿਕ ਗੋਲਸ ਨੂੰ ਧਿਆਨ 'ਚ ਰੱਖ ਕੇ ਟਾਈਮ ਟੇਬਲ ਨਹੀਂ ਬਣਾਉਂਦੇ ਹੈਗੇ। ਸੋ ਸਿਚੁਏਸ਼ਨਸ ਅਤੇ ਰੀਅਲਿਸਟਿਕ ਦੀ ਜੇ ਅਸੀਂ ਗੱਲ ਕਰੀਏ ਦੈਟ ਮੀਨਸ ਕਿ ਰੀਅਲ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਕੀ ਹੋ ਰਿਹਾ ਜਾਂ ਉਹ ਕਿਵੇਂ ਕੀ ਕੰਮ ਕਰ ਰਹੇ ਨੇ, ਕਦੋਂ ਉਹ ਉੱਠਦੇ ਨੇ,
ਕਦੋਂ ਉਹਨਾਂ ਦੀ ਕਲਾਸਿਸ ਦਾ ਟਾਈਮ ਆ, ਕਿੰਨਾ ਟਾਈਮ ਉਹ ਸਟੱਡੀ ਨੂੰ ਦੇ ਸਕਦੇ ਨੇ, ਕਿੰਨਾ ਟਾਈਮ ਉਹਨਾਂ ਨੂੰ ਦੇਣ ਦੀ ਜ਼ਰੂਰਤ ਹੈ। ਇਹ ਚੀਜ਼ਾਂ ਨੂੰ ਧਿਆਨ 'ਚ ਨਾ ਰੱਖ ਕੇ ਉਹ ਕਿਵੇਂ ਵੀ ਬਸ ਆਪਦਾ ਇੱਕ ਰਫਲੀ ਟਾਈਮ ਟੇਬਲ ਬਣਾ ਕੇ ਸਟਿਕ ਕਰ ਦਿੰਦੇ ਨੇ ਵਾਲਸ ਦੇ ਉੱਪਰ। ਹੁਣ ਉਹ ਜਿਹੜਾ ਟਾਈਮ ਟੇਬਲ ਹੈ, ਨਾ ਤਾਂ ਅਸੀਂ ਆਪਦੇ ਆਪ ਨੂੰ ਧਿਆਨ 'ਚ ਰੱਖਿਆ, ਨਾ ਆਪਦੀਆਂ ਸਿਚੁਏਸ਼ਨਸ ਨੂੰ ਧਿਆਨ 'ਚ ਰੱਖਿਆ, ਤਾਂ ਉਹ ਕਿਵੇਂ ਫੋਲੋ ਹੋਊਗਾ। ਸੋ ਜਿਵੇਂ ਜਿਵੇਂ ਤੁਹਾਡੀ ਲਾਈਫ ਦੇ ਵਿੱਚ ਜੋ ਜੋ ਕੁਛ ਹੁੰਦਾ ਡੇਲੀ ਬੇਸਿਸ 'ਤੇ, ਕਿੰਨੇ ਵਜੇ ਤੁਹਾਡੇ ਪੇਰੈਂਟਸ ਕੋਲੇ ਟਾਈਮ ਹੈ, ਕਿੰਨੇ ਵਜੇ ਤੁਹਾਡਾ ਖਾਣਾ ਖਾਣ ਦਾ ਟਾਈਮ ਹੈ ਐਕਚੁਅਲ ਦੇ ਵਿੱਚ, ਕਿੰਨੇ ਵਜੇ ਤੁਹਾਡਾ ਸਕੂਲ ਟਾਈਮ ਹੈਗਾ ਐਕਚੁਅਲ ਦੇ ਵਿੱਚ, ਉਹਨਾਂ ਦੇ ਅਕੋਰਡਿੰਗ ਜੋ ਬਾਕੀ ਦਾ ਟਾਈਮ ਬਚਦਾ ਉਹਨੂੰ ਪ੍ਰੋਪਰਲੀ ਡਿਵਾਈਡ ਕਰੋ। ਫੋਨ ਨੂੰ ਕਿੰਨਾ ਟਾਈਮ ਦੇਣਾ, ਟੀਵੀ ਨੂੰ ਕਿੰਨਾ ਟਾਈਮ ਦੇਣਾ, ਫਰੈਂਡਸ ਨੂੰ ਕਿੰਨਾ ਟਾਈਮ ਦੇਣਾ, ਕਿੰਨੇ ਤੋਂ ਕਿੰਨੇ ਟਾਈਮ ਦੇਣਾ, ਜਿੰਨੇ ਟਾਈਮ ਦੇ ਉੱਪਰ ਉਹ ਫ੍ਰੀ ਹੁੰਦੇ ਨੇ ਉਦੋਂ ਹੀ ਆਪਦਾ ਉਹ ਟਾਈਮ ਰੱਖਣਾ ਹੈਗਾ। ਤਾਂ ਇਹ ਹੋ ਹੀ ਨਹੀਂ ਸਕਦਾ ਕਿ ਤੁਹਾਡੀਆਂ ਜਿਹੜੀਆਂ ਡਿਸਟਰੈਕਸ਼ਨਸ ਨੇ ਉਹ ਤੁਹਾਨੂੰ ਡਿਸਟਰੈਕਟ ਕਰਨ, ਕਿਉਂਕਿ ਬਹੁਤ ਸਾਰੀਆਂ ਡਿਸਟਰੈਕਸ਼ਨਸ ਹੁੰਦੀਆਂ ਨੇ ਜੋ ਬੱਚਿਆਂ ਨੂੰ ਡਿਸਟਰੈਕਟ ਕਰਦੀਆਂ ਨੇ, ਲਾਈਕ ਮੋਬਾਈਲ ਫੋਨ ਪੜ੍ਹਨ ਨਹੀਂ ਦਿੰਦਾ। ਬਟ ਜਦੋਂ ਤੁਸੀਂ ਐਕਚੁਅਲ ਦੇ ਵਿੱਚ ਟਾਈਮ ਟੇਬਲ ਦੇ ਵਿੱਚ ਉਹਦੇ ਲਈ ਇੱਕ ਟਾਈਮ ਰੱਖਤਾ ਹੈਗਾ, ਤਾਂ ਇਹ ਹੋ ਹੀ ਨਹੀਂ ਸਕਦਾ ਕਿ ਮੋਬਾਈਲ ਫੋਨ ਤੁਹਾਨੂੰ ਡਿਸਟਰੈਕਟ ਕਰੇ, ਕਿਉਂਕਿ ਤੁਹਾਡੇ ਕੋਲ ਹੀ ਟਾਈਮ ਹੈ ਉਹਨੂੰ ਚਲਾਉਣ ਦੇ ਲਈ। ਠੀਕ ਹੈ, ਸੋ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਅਗਰ ਤੁਸੀਂ ਟਾਈਮ ਟੇਬਲ ਬਣਾਉਂਦੇ ਹੋ, ਸਟ੍ਰਿਕਟਲੀ ਉਹਨੂੰ ਫੋਲੋ ਕਰਦੇ ਹੋ, ਬਟ ਰੀਅਲਿਸਟਿਕ ਗੋਲਸ ਨੂੰ ਧਿਆਨ 'ਚ ਰੱਖ ਕੇ ਟਾਈਮ ਟੇਬਲ ਬਣਾਉਂਦੇ ਹੋ, ਦੈਨ ਡੈਫੀਨੇਟਲੀ ਤੁਸੀਂ ਕਦੇ ਵੀ ਡਿਸਟਰੈਕਸ਼ਨਸ ਤੋਂ ਡਿਸਟਰੈਕਟ ਹੋ ਹੀ ਨਹੀਂ ਸਕਦੇ ਹੈਗੇ। ਸੋ ਦੀ ਨੈਕਸਟ ਸਟੈਪ ਇਜ਼ ਟੇਕ ਸ਼ਾਰਟ ਬ੍ਰੇਕਸ। ਕਈ ਵਾਰੀ ਕੀ ਹੁੰਦਾ ਕਿ ਟਾਈਮ ਟੇਬਲ ਵੀ ਬਣਾ ਲਿਆ, ਚਲੋ ਫੋਲੋ ਵੀ ਕਰ ਲਿਆ, ਬਟ ਫਿਰ ਵੀ ਕਈ ਵਾਰੀ ਆਦਤ ਸਾਡੀ ਇੱਦਾਂ ਦੀਆਂ ਹੁੰਦੀਆਂ ਨੇ ਨਾ ਜਿਹੜੀਆਂ ਸਾਡੇ ਤੋਂ ਛੇਤੀ ਛੇਤੀ ਛੁੱਟਦੀਆਂ ਨਹੀਂ ਹੈਗੀਆਂ। ਸੋ ਉਹਨਾਂ ਨੂੰ ਵੀ ਅਵੋਇਡ ਕਰਨ ਦੇ ਲਈ ਤੁਸੀਂ ਨੈਕਸਟ ਵਾਲੀਆਂ ਟਿਪਸ ਨੂੰ ਫੋਲੋ ਕਰ ਸਕਦੇ ਹੋ। ਸੋ ਇਹਦੇ ਵਿੱਚ ਅਗਲੀ ਟਿਪ ਹੈਗੀ ਹੈ ਕਿ ਸ਼ਾਰਟ ਬ੍ਰੇਕਸ। ਕਈ ਵਾਰੀ ਲਾਈਕ ਮੋਬਾਈਲ ਫੋਨ ਬੱਚਿਆਂ ਲਈ ਡਿਸਟਰੈਕਸ਼ਨ ਦਾ ਕੰਮ ਕਰਦਾ ਹੈ, ਤਾਂ ਉਹ ਇੰਨੇ ਕੁ ਜ਼ਿਆਦਾ ਆਦੀ ਹੋ ਜਾਂਦੇ ਨੇ ਆਪਦੇ ਮੋਬਾਈਲ ਫੋਨ ਦੇ ਕਿ ਉਹਨਾਂ ਤੋਂ ਪੜ੍ਹਨ ਦੇ ਵੇਲੇ ਚਾਹੇ ਟਾਈਮ ਟੇਬਲ ਬਣਾਇਆ, ਬਟ ਫਿਰ ਵੀ ਉਹਨਾਂ ਨੂੰ ਹੁੰਦਾ ਰਹਿੰਦਾ ਅੰਦਰੋਂ ਕੀ ਚਲਾਉਣਾ ਹੈ, ਮੋਬਾਈਲ ਫੋਨ ਚਲਾਉਣਾ ਹੈ ਜਾਂ ਉਹਨੂੰ ਫੋਨ ਕਰਨਾ ਹੈ ਜਾਂ ਮੈਸੇਜ ਕਰਨਾ ਹੈ, ਮਾਈਂਡ ਦੇ ਵਿੱਚ ਹੈ ਨਾ ਇਹ ਚੀਜ਼ ਚੱਲਦੀ ਰਹਿੰਦੀ ਹੈ, ਜਿਹਦੀ ਵਜ੍ਹਾ ਕਰਕੇ ਉਹ ਫੋਕਸ ਨਹੀਂ ਕਰ ਪਾਉਂਦੇ। ਤਾਂ ਇਹਦੇ ਲਈ ਕੀ ਕਰ ਸਕਦੇ ਹੋ, ਤੁਸੀਂ ਸ਼ਾਰਟ ਬ੍ਰੇਕਸ ਲਓ। ਤਾਂ ਜਿਹੜੀਆਂ ਤੁਸੀਂ ਐਵਰੀ 30 ਮਿੰਟਸ ਬਾਅਦ 5 ਮਿੰਟ 10 ਮਿੰਟ ਦੀ ਜਾਂ 2 ਮਿੰਟ ਦੀ ਬ੍ਰੇਕ ਲਓਗੇ, ਤਾਂ ਉਸ ਬ੍ਰੇਕ ਦੇ ਵਿੱਚ ਆਪਦੇ ਮੋਬਾਈਲ ਫੋਨ ਨੂੰ ਲੈ ਕੇ ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਆ ਰਿਹਾ ਉਹ ਕਰਨ ਤੋਂ ਬਾਅਦ ਪ੍ਰੋਪਰਲੀ ਤੁਸੀਂ ਫੋਕਸ ਕਰ ਪਾਓਗੇ। ਕਈਆਂ ਲਈ ਕੀ ਹੁੰਦਾ, ਭੁੱਖ ਲੱਗਦੀ ਰਹਿੰਦੀ ਆ, ਇੱਕ ਭੁੱਖ ਹੀ ਉਹਨਾਂ ਦਾ ਕਾਰਨ ਬਣਦੀ ਹੈ ਡਿਸਟਰੈਕਸ਼ਨ ਦਾ। ਠੀਕ ਹੈ, ਤਾਂ ਉਦੋਂ ਤੁਸੀਂ ਆਪਦਾ ਖਾ ਸਕਦੇ ਹੋ, ਫੂਡ ਖਾ ਸਕਦੇ ਹੋ, ਕੁਛ ਵੀ ਲੈ ਸਕਦੇ ਹੋ ਜਿਹਦੇ ਨਾਲ ਤੁਹਾਡੀ ਉਹ ਡਿਸਟਰੈਕਸ਼ਨ ਖਤਮ ਹੋ ਜੇ। ਸੋ ਬ੍ਰੇਕਸ ਲੈਣੀ ਹੈ। ਸੋ ਮੇਨ ਮੋਟਿਵ ਇਜ਼ ਬ੍ਰੇਕਸ ਲੈਣੀ ਹੈ। ਤਾਂ ਉਹਨਾਂ ਬ੍ਰੇਕਸ ਦੇ ਵਿੱਚ ਜਿਹੜੀ ਵੀ ਚੀਜ਼ ਤੁਹਾਨੂੰ ਡਿਸਟਰੈਕਟ ਕਰ ਰਹੀ ਹੈ ਉਹਨੂੰ ਕਰੋ, ਐਂਡ ਦੈਨ ਦੁਬਾਰਾ ਤੋਂ ਆਪਦੀ ਸਟੱਡੀ ਦੇ ਉੱਪਰ ਫੋਕਸ ਕਰੋ। ਸੋ ਨੈਕਸਟ ਟਿਪ ਆਉਂਦੀ ਹੈ ਮੋਬਾਈਲ ਫੋਨ। ਸੋ ਬੇਸਿਕਲੀ ਅੱਜ ਕੱਲ੍ਹ ਹਰ ਇੱਕ ਬੱਚੇ ਦੀ ਪ੍ਰੋਬਲਮ ਬਣ ਚੁੱਕੀ ਆ, ਜਾਂ ਹਰ ਇੱਕ ਪੇਰੈਂਟਸ ਦਾ ਇੱਕ ਕੰਸਰਨ ਬਣ ਚੁੱਕਿਆ ਕਿ ਮੋਬਾਈਲ ਫੋਨਸ ਬੱਚੇ ਛੱਡਦੇ ਹੀ ਨਹੀਂ ਹੈਗੇ। ਮੋਬਾਈਲ ਫੋਨਸ ਜਿਹੜੇ ਨੇ ਜਾਂ ਟੀਵੀ ਜਿਹੜੇ ਨੇ, ਇਲੈਕਟ੍ਰੋਨਿਕਸ ਜਿਹੜੇ ਨੇ, ਉਹ ਉਹਨਾਂ ਨੂੰ ਪੜ੍ਹਨ ਹੀ ਨਹੀਂ ਦਿੰਦੇ ਅਤੇ ਉਹਨਾਂ ਦੇ ਵਧੀਆ ਸਕੋਰਸ ਅੱਜ ਕੱਲ੍ਹ ਆ ਹੀ ਨਹੀਂ ਰਹੇ ਜਸਟ ਬਿਕੋਜ਼ ਆਫ ਇਹਨਾਂ ਇਲੈਕਟ੍ਰੋਨਿਕਸ ਦੇ ਕਾਰਨ। ਸੋ ਪਹਿਲੀ ਟਿਪ ਤਾਂ ਉਹੀ ਕਿ ਅਗਰ ਤੁਸੀਂ ਮੋਬਾਈਲ ਫੋਨ ਦੇ ਰਿਗਾਰਡਿੰਗ ਪ੍ਰੋਪਰ ਟਾਈਮ ਡਿਵਾਈਡ ਕਰ ਰਹੇ ਹੋ ਅਤੇ ਉਹਨੂੰ ਫੋਲੋ ਕਰ ਰਹੇ ਹੋ ਤਾਂ ਪ੍ਰੋਬਲਮ ਤੁਹਾਨੂੰ ਹੋਊਗੀ ਨਹੀਂ। ਸੈਕੰਡਲੀ, ਅਗਰ ਤੁਹਾਨੂੰ ਫਿਰ ਵੀ ਪ੍ਰੋਬਲਮ ਹੋ ਰਹੀ ਹੈ ਤਾਂ ਤੁਸੀਂ ਬ੍ਰੇਕਸ ਲਓ ਆਪਦੇ ਟਾਈਮ ਟੇਬਲ ਦੇ ਵਿੱਚ, ਸਟੱਡੀ ਟਾਈਮ ਦੇ ਵਿੱਚ ਬ੍ਰੇਕਸ ਰੱਖੋ, ਉਹਨਾਂ ਬ੍ਰੇਕਸ ਦੇ ਵਿੱਚ ਚਲਾ ਲਓ, ਬਾਕੀ ਟਾਈਮ ਆਪਦਾ ਸਟੱਡੀ ਕਰੋ। ਅਗਰ ਫਿਰ ਵੀ ਇਹ ਚੀਜ਼ ਪੋਸੀਬਲ ਨਹੀਂ ਹੋ ਰਹੀ ਹੈਗੀ ਤਾਂ ਥਰਡ ਮੋਸਟ ਇੰਪੋਰਟੈਂਟ ਚੀਜ਼ ਹੈਗੀ ਹੈ, ਦੈਟ ਇਜ਼ ਸਬਮਿਟ ਯੂਅਰ ਮੋਬਾਈਲ ਫੋਨਸ ਟੂ ਯੂਅਰ ਪੇਰੈਂਟਸ। ਜਦੋਂ ਵੀ ਤੁਸੀਂ ਪੜ੍ਹਨ ਬੈਠੋ ਤਾਂ ਆਪਦੇ ਮੋਬਾਈਲ ਫੋਨ ਸਬਮਿਟ ਕਰਵਾ ਦਿਓ ਆਪਦੇ ਪੇਰੈਂਟਸ ਨੂੰ। ਇਹਨਾਂ ਟਿਪਸ ਦੇ ਵਿੱਚ ਆਪਦੇ ਪੇਰੈਂਟਸ ਨੂੰ ਇਨਕਲੂਡ ਕਰ ਲਓ। ਸੋ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਆਪਦੇ ਪੇਰੈਂਟਸ ਤੋਂ ਬਹੁਤ ਜ਼ਿਆਦਾ ਡਰਦੇ ਨੇ। ਅਗਰ ਤੁਸੀਂ ਜਦੋਂ ਵੀ ਪੜ੍ਹਨ ਬੈਠੋ 3 ਘੰਟੇ 2 ਘੰਟੇ ਪਹਿਲਾਂ ਆਪਦੇ ਮੋਬਾਈਲ ਫੋਨਸ ਆਪਦੇ ਪੇਰੈਂਟਸ ਨੂੰ ਅਗਰ ਤੁਸੀਂ ਫੜਾ ਆਉਂਗੇ ਤਾਂ ਉਹਨਾਂ ਨੂੰ ਕਹਿ ਦੋਗੇ ਕਿ 2 ਘੰਟੇ ਸਾਡਾ ਸਟੱਡੀ ਟਾਈਮ ਦਾ ਟਾਈਮ ਹੈਗਾ, ਉਸ ਟਾਈਮ ਦੇ ਉੱਪਰ ਸਾਨੂੰ ਮੋਬਾਈਲ ਫੋਨਸ ਨਾ ਦਿੱਤੇ ਜਾਣ, ਤਾਂ ਪੇਰੈਂਟਸ ਵੀ ਇੱਕ ਤਰੀਕੇ ਨਾਲ ਤੁਹਾਡੇ 'ਤੇ ਬਹੁਤ ਜ਼ਿਆਦਾ ਟਰਸਟ ਕਰਨ ਲੱਗ ਜਾਣਗੇ, ਪ੍ਰਾਊਡ ਫੀਲ ਕਰਨਗੇ ਕਿ ਸਾਡੇ ਬੱਚੇ ਬਹੁਤ ਜ਼ਿਆਦਾ ਸਿੰਸੀਅਰ ਨੇ। ਐਂਡ ਜਦੋਂ ਪੇਰੈਂਟਸ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਇਨਵੋਲਵ ਹੋ ਗਏ ਦੈਨ ਡੈਫੀਨੇਟਲੀ ਤੁਸੀਂ ਇਸ ਡਿਸਟਰੈਕਸ਼ਨ ਤੋਂ ਬਹੁਤ ਜ਼ਿਆਦਾ ਅਵੋਇਡ ਕਰ ਪਾਓਗੇ ਅਤੇ ਬਹੁਤ ਜ਼ਿਆਦਾ ਦੂਰ ਵੀ ਰਹਿ ਪਾਓਗੇ। ਅਗਰ ਇਹ ਚੀਜ਼ ਵੀ ਪੋਸੀਬਲ ਨਹੀਂ ਹੈਗੀ, ਕਿਉਂਕਿ ਕਈ ਵਾਰੀ ਕਈ ਬੱਚੇ ਜਿਹੜੇ ਨੇ ਪੀਜੀ 'ਚ ਰਹਿੰਦੇ ਹੁੰਦੇ ਨੇ ਜਾਂ ਬਾਹਰ ਕਿਤੇ ਵੀ ਪੜ੍ਹਨ ਗਏ ਹੁੰਦੇ ਨੇ, ਤਾਂ ਉੱਥੇ ਪੇਰੈਂਟਸ ਹੁਣ ਅਵੇਲੇਬਲ ਨਹੀਂ ਹੁੰਦੇ, ਤਾਂ ਉਸ ਟਾਈਮ ਦੇ ਉੱਪਰ ਜਦੋਂ ਵੀ ਤੁਸੀਂ ਪੜ੍ਹਨ ਬੈਠੋ ਆਪਦੇ ਮੋਬਾਈਲ ਫੋਨਸ ਨੂੰ ਆਪਦੇ ਕਬਰਡਸ ਦੇ ਵਿੱਚ ਲੌਕ ਕਰ ਦਿਓ ਤਾਂ ਕਿ ਤੁਹਾਨੂੰ ਆਸੇ-ਪਾਸੇ ਕਿਤੇ ਵੀ ਨਾ ਦਿਖੇ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਚੀਜ਼ ਤੋਂ ਦੂਰ ਰਹਿ ਸਕਦੇ ਹੋ ਅਤੇ ਇਸ ਡਿਸਟਰੈਕਸ਼ਨ ਨੂੰ ਅਵੋਇਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਦੋਂ ਵੀ ਵੱਡੀ ਪ੍ਰੋਬਲਮ ਇਹ ਆਉਂਦੀ ਆ ਕਿ ਕਈ ਵਾਰੀ ਹੁਣ ਜਿਹੜੀਆਂ ਅੱਜ ਕੱਲ੍ਹ ਘਰੇ ਰਹਿਣ ਦੀ ਵਜ੍ਹਾ ਕਰਕੇ ਸਾਨੂੰ ਔਨਲਾਈਨ ਕਲਾਸਿਸ ਲਗਾਉਣੀਆਂ ਪੈ ਰਹੀਆਂ ਨੇ। ਔਨਲਾਈਨ ਕਲਾਸਿਸ ਸਾਨੂੰ ਮੋਬਾਈਲ ਫੋਨਸ ਜਾਂ ਲੈਪਟਾਪਸ 'ਤੇ ਲਗਾਉਣੀਆਂ ਪੈਂਦੀਆਂ ਨੇ, ਤਾਂ ਉਸ ਸਮੇਂ ਦੇ ਉੱਪਰ ਹੁਣ ਅਸੀਂ ਮੋਬਾਈਲ ਫੋਨਸ ਨੂੰ ਲੌਕ ਤਾਂ ਨਹੀਂ ਕਰ ਸਕਦੇ, ਨਾ ਹੀ ਸਬਮਿਟ ਕਰਵਾ ਸਕਦੇ ਹਾਂ, ਬਟ ਫਿਰ ਵੀ ਤੁਸੀਂ ਇਹਦੇ
ਇਹਦੇ ਵਿੱਚ ਇਹੀ ਕਰ ਸਕਦੇ ਹੋ ਕਿ ਆਪਦੇ ਪੇਰੈਂਟਸ ਨੂੰ ਇਸ ਚੀਜ਼ ਨੂੰ ਇਨਫੋਰਮ ਕਰ ਦਿਓ ਕਿ ਇੰਨੇ ਤੋਂ ਇੰਨੇ ਸਾਡੀ ਕਲਾਸਿਸ ਨੇ, ਤਾਂ ਸਾਨੂੰ ਵਿੱਚ ਵਿੱਚ ਦੀ ਚੈੱਕ ਕਰਦੇ ਰਹਿਣ ਕਿ ਅਸੀਂ ਕਲਾਸਿਸ ਲਗਾ ਰਹੇ ਹਾਂ ਕਿ ਨਹੀਂ ਲਗਾ ਰਹੇ। ਸੋ ਇਸ ਡਰ ਤੋਂ ਤੁਸੀਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਆਪਦਾ ਪੜ੍ਹਾਈ ਦੇ ਉੱਪਰ ਧਿਆਨ ਰੱਖ ਪਾਓਗੇ ਤੇ ਫੋਕਸ ਰਹਿ ਪਾਓਗੇ। ਸਭ ਤੋਂ ਵੱਡੀ ਗੱਲ ਇਹੀ ਆ ਕਿ ਅਗਰ ਤੁਸੀਂ ਆਪਦੇ ਕੰਮ ਨੂੰ ਲੈ ਕੇ ਸਿੰਸੀਅਰ ਹੈਗੇ ਹੋ, ਸੀਰੀਅਸ ਹੈਗੇ ਹੋ, ਤਾਂ ਇਹ ਜਿਹੜੀ ਡਿਸਟਰੈਕਸ਼ਨ ਹੈ ਇਹ ਕਦੇ ਵੀ ਤੁਹਾਡੇ ਉੱਤੇ ਹਾਵੀ ਹੋ ਹੀ ਨਹੀਂ ਪਾਊਗੀ। ਸੋ ਅਗਲੀ ਗੱਲ ਆਉਂਦੀ ਹੈ ਜੀ ਖਾਣੇ ਬਾਰੇ। ਬਹੁਤ ਸਾਰੇ ਇੱਦਾਂ ਦੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਪੜ੍ਹਨ ਬੈਠਦੇ ਨੇ ਤਾਂ ਭੁੱਖ ਲੱਗੀ ਆਉਂਦੀ ਹੈ। ਭੁੱਖ ਦੇ ਕਾਰਨ ਉਹਨਾਂ ਨੂੰ ਸਟੱਡੀ ਤੋਂ ਧਿਆਨ ਹਟਾ ਕੇ ਆਪਦਾ ਇਸ ਕੰਮ ਵੱਲ ਧਿਆਨ ਦੇਣਾ ਪੈਂਦਾ ਅਤੇ ਜਿਹਦੇ ਨਾਲ ਉਹਨਾਂ ਦਾ ਜਦੋਂ ਐਗਜ਼ਾਮ ਚੱਲ ਰਹੇ ਹੁੰਦੇ ਨੇ ਤਾਂ ਬਹੁਤ ਸਾਰਾ ਪ੍ਰੈਸ਼ੀਅਸ ਟਾਈਮ ਵੇਸਟ ਹੋ ਜਾਂਦਾ ਹੈ। ਸੋ ਇਸ ਡਿਸਟਰੈਕਸ਼ਨ ਤੋਂ ਅਸੀਂ ਕਿਵੇਂ ਦੂਰ ਰਹਿ ਸਕਦੇ ਹਾਂ? ਸਭ ਤੋਂ ਪਹਿਲੀ ਗੱਲ ਕਿ ਆਪਦੀਆਂ ਹੈਬਿਟਸ ਨੂੰ ਸੁਧਾਰੋ। ਈਟ ਹੈਲਥੀ ਫੂਡ ਖਾਓ, ਮੀਨਸ ਜੰਕ ਫੂਡ ਨੂੰ ਅਵੋਇਡ ਕਰੋ, ਕਿਉਂਕਿ ਜਿਹੜੇ ਬੱਚੇ ਜੰਕ ਫੂਡ ਖਾਂਦੇ ਨੇ ਉਹਨਾਂ ਨੂੰ ਕਦੇ ਵੀ ਐਨਰਜੀ ਨਹੀਂ ਮਿਲ ਸਕਦੀ ਐਂਡ ਇਹਦੀ ਵਜ੍ਹਾ ਕਰਕੇ ਅੱਗੇ ਜਾ ਕੇ ਬਹੁਤ ਸਾਰੀਆਂ ਪ੍ਰੋਬਲਮਸ, ਡਿਸੀਜ਼ਜ਼ ਨੂੰ ਵੀ ਫੇਸ ਕਰਨਾ ਪੈ ਸਕਦਾ ਹੈਗਾ, ਕਿਉਂਕਿ ਜੰਕ ਫੂਡ ਜਿਹੜਾ ਸਾਨੂੰ ਕਦੇ ਵੀ ਐਨਰਜੀ ਨਹੀਂ ਦਿੰਦਾ ਐਂਡ ਜਦੋਂ ਵੀ ਅਸੀਂ ਖਾਂਦੇ ਹਾਂ ਤਾਂ ਸਾਡੀ ਬੋਡੀ ਤੋਂ ਐਨਰਜੀ ਲੈਂਦਾ ਉਹਨੂੰ ਡਾਈਜੈਸਟ ਕਰਨ ਦੇ ਵਿੱਚ, ਠੀਕ ਹੈ। ਤਾਂ ਜੇ ਤੁਸੀਂ ਹੈਲਥੀ ਫੂਡ ਖਾਂਦੇ ਹੋ ਤਾਂ ਐਨਰਜੀ ਗਿਵਿੰਗ ਫੂਡ ਖਾਂਦੇ ਹੋ ਤਾਂ ਤੁਸੀਂ ਐਕਟਿਵ ਤੇ ਐਨਰਜੈਟਿਕ ਵੀ ਰਹੋਗੇ। ਸੁਬਾਹ ਸ਼ਾਮ ਆਪਦਾ ਪ੍ਰੋਪਰ ਜਿਹੜਾ ਖਾਣਾ ਖਾਓ, ਬੈਲੈਂਸ ਡਾਈਟ ਲਓ ਜਿਹਦੇ ਵਿੱਚ ਵਿਟਾਮਿਨਸ, ਮਿਨਰਲਸ, ਨਿਊਟ੍ਰੀਐਂਟਸ, ਪ੍ਰੋਟੀਨ ਸਭ ਕੁਝ ਹੋਵੇ, ਠੀਕ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਪੜ੍ਹਨ ਬੈਠੋ ਕਦੇ ਵੀ ਹੈਵੀ ਫੂਡ ਖਾ ਕੇ ਨਾ ਬੈਠੋ, ਕਿਉਂਕਿ ਤੁਸੀਂ ਇਹ ਦੇਖਿਆ ਹੋਊਗਾ ਕਲਾਸਿਸ ਦੇ ਵਿੱਚ ਵੀ ਕਿ ਜਦੋਂ ਰਿਸੈਸ ਟਾਈਮ ਦੇ ਵਿੱਚ ਅਸੀਂ ਬਹੁਤ ਸਾਰਾ ਖਾਣਾ ਖਾ ਲੈਂਦੇ ਹਾਂ ਤਾਂ ਇਸ ਤੋਂ ਅਗਲਾ ਜਿਹੜਾ ਲੈਕਚਰ ਹੁੰਦਾ ਤਾਂ ਉਹਦੇ ਵਿੱਚ ਸਾਨੂੰ ਕਾਫੀ ਨੀਂਦ ਆਉਂਦੀ ਹੈ, ਹੈ ਨਾ। ਇੱਕ ਫੈਕਟ ਹੈ ਕਿ ਜਦੋਂ ਅਸੀਂ ਖਾਣਾ ਖਾ ਲੈਂਦੇ ਹਾਂ ਤਾਂ ਇਸ ਤੋਂ ਬਾਅਦ ਸਾਨੂੰ ਨੀਂਦ ਆਉਂਦੀ ਹੈ, ਕਿਉਂਕਿ ਸਾਡੀ ਜਿਹੜੀ ਬੋਡੀ ਆ ਉਸ ਫੂਡ ਨੂੰ ਡਾਈਜੈਸਟ ਕਰਨ ਦੇ ਵਿੱਚ ਲੱਗ ਜਾਂਦੀ ਆ। ਸਾਰਾ ਬੋਡੀ ਦਾ ਜਿਹੜਾ ਧਿਆਨ ਹੈਗਾ ਉਹਨੂੰ ਫੂਡ ਨੂੰ ਡਾਈਜੈਸਟ ਕਰਨ ਦੇ ਵਿੱਚ ਲੱਗ ਜਾਂਦਾ ਤਾਂ ਪੜ੍ਹਾਈ ਦੇ ਉੱਪਰ ਫੋਕਸ ਨਹੀਂ ਬਣ ਪਾਊਗਾ। ਸੋ ਇਹਦੇ ਲਈ ਤੁਸੀਂ ਕੀ ਕਰਨਾ ਕਿ ਜਦੋਂ ਵੀ ਤੁਸੀਂ ਬੈਠੋ ਲਾਈਟ ਵੇਟਡ ਫੂਡ ਖਾਓ। ਪਹਿਲਾਂ ਲਾਈਟ ਵੇਟਡ ਫੂਡ ਮੀਨਸ ਕਿ ਤੁਸੀਂ ਜਿਹੜੇ ਹੈਗੇ ਨੇ ਸੀਜ਼ਨੇਬਲ ਫਰੂਟਸ ਖਾ ਸਕਦੇ ਹੋ, ਤੁਸੀਂ ਜਿਹੜੇ ਨੇ ਡਰਾਈ ਫਰੂਟਸ ਖਾ ਸਕਦੇ ਹੋ, ਜਾਂ ਤੁਸੀਂ ਜੂਸ ਪੀ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਇਨ ਬਿਟਵੀਨ ਐਨਰਜੀ ਵੀ ਮਿਲਦੀ ਰਹੇ ਅਤੇ ਤੁਹਾਨੂੰ ਨੀਂਦ ਵੀ ਨਾ ਆਵੇ, ਠੀਕ ਹੈ। ਸੋ ਜਦੋਂ ਵੀ ਤੁਹਾਨੂੰ ਬ੍ਰੇਕਸ ਦਾ ਟਾਈਮ ਮਿਲੇ ਤਾਂ ਉਸ ਬ੍ਰੇਕਸ ਦੇ ਵਿੱਚ ਥੋੜ੍ਹਾ ਬਹੁਤਾ ਕੁਛ ਨਾ ਕੁਛ ਲੈਂਦੇ ਰਹੋ ਜਿਹਦੀ ਵਜ੍ਹਾ ਕਰਕੇ ਤੁਹਾਨੂੰ ਸਟੱਡੀ ਦੇ ਦੌਰਾਨ ਉੱਠਣਾ ਨਾ ਪਵੇ ਅਤੇ ਤੁਹਾਨੂੰ ਸਟੱਡੀ ਦੇ ਦੌਰਾਨ ਨੀਂਦ ਵੀ ਨਾ ਆਵੇ। ਹੁਣ ਅੱਗੇ ਗੱਲ ਕਰਦੇ ਹਾਂ ਜੀ ਨੀਂਦ ਬਾਰੇ, ਸਲੀਪ ਬਾਰੇ। ਸੋ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਈ ਦੇ ਦੌਰਾਨ ਨੀਂਦ ਆਉਣ ਲੱਗ ਜਾਂਦੀ ਆ, ਲੇਜ਼ੀ ਫੀਲ ਕਰਨ ਲੱਗ ਜਾਂਦੇ ਆ, ਤਾਂ ਇਸ ਡਿਸਟਰੈਕਸ਼ਨ ਤੋਂ ਕਿਵੇਂ ਦੂਰ ਰਹਿ ਸਕਦੇ ਨੇ? ਸੋ ਇਹਦੇ ਬਹੁਤ ਸਾਰੇ ਕਾਰਨ ਨੇ ਅਤੇ ਉਹਨਾਂ ਕਾਰਨਾਂ ਦੇ ਵਿੱਚੋਂ ਹੀ ਬਹੁਤ ਸਾਰੇ ਸੋਲਿਊਸ਼ਨਸ ਜਿਹੜੇ ਨੇ ਨਿਕਲ ਕੇ ਸਾਹਮਣੇ ਆਉਂਦੇ ਨੇ। ਸਭ ਤੋਂ ਪਹਿਲੀ ਗੱਲ ਚੰਗੀ ਨੀਂਦ ਨਾ ਲੈਣਾ, ਕੁਆਲਿਟੀ ਆਫ ਸਲੀਪ ਨਾ ਲੈਣਾ। ਸੋ ਬੱਚਿਆਂ ਦੀ ਪ੍ਰੋਬਲਮ ਇਹੀ ਹੁੰਦੀ ਆ ਕਿ ਸਾਰਾ ਦਿਨ ਹੁੰਦਾ ਨਾ ਆਹ ਵੀ ਯਾਦ ਕਰ ਲਿਆ, ਆਹ ਵੀ ਯਾਦ ਕਰ ਲਿਆ, ਕਿੰਨਾ ਜ਼ਿਆਦਾ ਸਟ੍ਰੈਸ, ਬਰਡਨਸ, ਸਕੋਰਸ ਦਾ ਸਟ੍ਰੈਸ, ਕੀ ਪਤਾ ਨਹੀਂ ਕਿੰਨੇ ਮਾਰਕਸ ਸਾਡੇ ਆਉਣਗੇ ਕਿੰਨੇ ਨਹੀਂ, ਹੈ ਨਾ। ਤਾਂ ਇੰਨਾ ਸਾਰੇ ਟੈਨਸ਼ਨ ਦੇ ਬਾਵਜੂਦ ਉਹ ਚੰਗੀ ਨੀਂਦ ਲੈਣਾ ਭੁੱਲ ਜਾਂਦੇ ਨੇ ਅਤੇ ਜਿਹਦੀ ਵਜ੍ਹਾ ਕਰਕੇ ਉਹਨਾਂ 'ਤੇ ਟੈਨਸ਼ਨ ਵੀ ਪੈਦਾ ਹੋ ਜਾਂਦੀ ਆ, ਪਲੱਸ ਜਦੋਂ ਉਹ ਪੜ੍ਹਨ ਬੈਠਦੇ ਨੇ ਉਹਨਾਂ ਦਾ ਪ੍ਰੋਪਰ ਫੋਕਸ ਨਹੀਂ ਬਣ ਪਾਉਂਦਾ ਅਤੇ ਉਹਨਾਂ ਨੂੰ ਨੀਂਦ ਆਉਂਦੀ ਆ ਅਤੇ ਇਹ ਇੱਕ ਨੀਂਦ ਜਿਹੜੀ ਹੈ ਡਿਸਟਰੈਕਸ਼ਨ ਦਾ ਕੰਮ ਕਰਨ ਲੱਗ ਜਾਂਦੀ ਆ। ਤਾਂ ਸਭ ਤੋਂ ਪਹਿਲਾਂ ਕੁਆਲਿਟੀ ਆਫ ਸਲੀਪ ਲਓ। ਜਿੰਨੀ ਨੀਂਦ ਸਾਨੂੰ ਡਾਕਟਰਸ ਰੈਕੋਮੈਂਡ ਕਰਦੇ ਨੇ 7 to 8 ਆਵਰਸ ਦੀ ਸਲੀਪ ਜਿਹੜੀ ਆ ਉਹ ਸਾਨੂੰ ਲੈਣੀ ਚਾਹੀਦੀ ਆ। ਸੈਕਿੰਡਲੀ ਜਿਸ ਟਾਈਮ ਦੇ ਉੱਪਰ ਤੁਸੀਂ ਸੌਂਦੇ ਹੈਗੇ ਆ ਉਸ ਟਾਈਮ 'ਤੇ ਹੀ ਸਟਿਕ ਰਹੋ। ਲਾਈਕ 9 ਤੋਂ 5 ਵਜੇ ਤੱਕ ਸੌਂਦੇ ਹੋ ਤਾਂ ਉਨਾ ਟਾਈਮ ਹੀ ਤੁਹਾਡਾ ਹੋਣਾ ਚਾਹੀਦਾ। ਹਮੇਸ਼ਾ ਤੁਸੀਂ 9 ਵਜੇ ਹੀ ਸੌਣੇ ਚਾਹੀਦੇ ਹੋ, 5 ਵਜੇ ਹੀ ਉੱਠਣਾ ਚਾਹੀਦਾ। ਇਹ ਨਹੀਂ ਥੋੜ੍ਹਾ ਬਹੁਤਾ ਅੱਗੇ ਪਿੱਛੇ ਵੀ ਹੋ ਸਕਦਾ ਹੈ ਬਟ ਜ਼ਿਆਦਾ ਨਹੀਂ, ਕਿਉਂਕਿ ਜਦੋਂ ਅਸੀਂ 10 ਵਜੇ, ਕਦੇ 11 ਵਜੇ, ਕਦੇ 12 ਵਜੇ, ਕਦੇ 9 ਵਜੇ ਇਸ ਤਰੀਕੇ ਨਾਲ ਸੌਂਦੇ ਹਾਂ ਤਾਂ ਸਾਡਾ ਜਿਹੜਾ ਸਲੀਪ ਸਾਈਕਲ ਹੈ ਡਿਸਟਰਬ ਹੋ ਜਾਂਦਾ ਐਂਡ ਜਦੋਂ ਸਾਡਾ ਸਲੀਪ ਸਾਈਕਲ ਡਿਸਟਰਬ ਹੋ ਗਿਆ ਤਾਂ ਸਾਡੇ ਜਿਹੜਾ ਨੀਂਦ ਦਾ ਟਾਈਮ ਹੈ ਉਹ ਵੀ ਘੱਟ ਜੂਗਾ ਅਤੇ ਸਾਡਾ ਰੈਸਟ ਟਾਈਮ ਜਦੋਂ ਘੱਟ ਜੂਗਾ ਤਾਂ ਅਸੀਂ ਅਗਲੇ ਦਿਨ ਪ੍ਰੋਡਕਟਿਵਿਟੀ ਨਹੀਂ ਦੇ ਪਾਵਾਂਗੇ, ਪ੍ਰੋਡਕਟਿਵਲੀ ਕੰਮ ਨਹੀਂ ਕਰ ਪਾਵਾਂਗੇ, ਠੀਕ ਹੈ। ਤਾਂ ਪ੍ਰੋਪਰ ਨੀਂਦ ਲਓ। ਇਸ ਤੋਂ ਵੀ ਇਲਾਵਾ ਅਗਰ ਤੁਹਾਨੂੰ ਡੇਲੀ ਬੇਸਿਸ 'ਤੇ ਇਸ ਪ੍ਰੋਬਲਮ ਨੂੰ ਫੇਸ ਕਰਨਾ ਪੈਂਦਾ ਤਾਂ ਤੁਸੀਂ ਕੀ ਕਰ ਸਕਦੇ ਹੋ? ਜਿਹੜੀਆਂ ਤੁਸੀਂ ਬ੍ਰੇਕਸ ਲੈ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਨੈਪ ਲੈ ਸਕਦੇ ਹੋ, ਠੀਕ ਹੈ, ਪਾਵਰ ਨੈਪ ਲੈ ਸਕਦੇ ਹੋ। ਮਤਲਬ 15 ਮਿੰਟ 20 ਮਿੰਟ ਸੌਂ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਐਨਰਜੀ ਮਿਲੇ। ਅਗਰ ਫਿਰ ਵੀ ਤੁਹਾਨੂੰ ਨੀਂਦ ਆਉਂਦੀ ਆ ਤਾਂ ਪੜ੍ਹਾਈ ਦੇ ਦੌਰਾਨ ਤੁਸੀਂ ਆਪਦੇ ਫੇਸ ਨੂੰ ਵਾਸ਼ ਕਰਦੇ ਰਹੋ। ਵਾਸ਼ ਕਰੋਗੇ ਲਾਈਕ ਸਮਰਸ ਦੇ ਵਿੱਚ ਠੰਡੇ ਪਾਣੀ ਨਾਲ, ਵਿੰਟਰਸ ਦੇ ਵਿੱਚ ਲਿਊਕਮ ਵਾਟਰ ਦੇ ਨਾਲ। ਅਗਰ ਤੁਸੀਂ ਫੇਸ ਵਾਸ਼ ਕਰ ਲਿਓ ਤੁਸੀਂ ਐਕਟਿਵ ਰਹੋਗੇ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਪਾਣੀ ਦੇ ਨਾਲ ਕੀ ਹੋਊਗਾ, ਤੁਸੀਂ ਅਗੇਨ ਐਂਡ ਅਗੇਨ ਵਾਸ਼ਰੂਮ ਜਾਂਦੇ ਰਹੋਗੇ ਜਿਹਦੇ ਨਾਲ ਤੁਹਾਡੀ ਹਿਲਜੁਲ ਹੋਊਗੀ ਬੋਡੀ ਦੀ ਅਤੇ ਤੁਸੀਂ ਐਕਟਿਵ ਵੀ ਰਹੋਗੇ। ਪਲੱਸ ਜਿਹੜਾ ਵਾਟਰ ਹੈ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਬੋਡੀ ਟੈਂਪਰੇਚਰ ਨੂੰ ਮੇਨਟੇਨ ਕਰਨ ਦੇ ਵਿੱਚ ਤੇ ਆਪਣੀ ਬੋਡੀ ਨੂੰ ਐਕਟਿਵ ਰੱਖਣ ਦੇ ਵਿੱਚ। ਸੋ ਇਹਨਾਂ ਸਾਰੀਆਂ ਟਿਪਸ ਨੂੰ ਫੋਲੋ ਕਰਕੇ ਤੁਸੀਂ ਇਸ ਨੀਂਦ ਦੀ ਪ੍ਰੋਬਲਮ ਤੋਂ ਵੀ ਦੂਰ ਰਹਿ ਸਕਦੇ ਹੋ। ਨੈਕਸਟ ਟਿਪ ਇਜ਼ ਕਲੀਨ ਅਪ ਯੋਰ ਸਪੇਸ ਐਂਡ ਆਰਗੇਨਾਈਜ਼ ਯੋਰ ਸਟੱਡੀ ਸਪੇਸ।
सो की करना है, जिथे तुसी बैठ के पढ़ते हो उस जगह नू हमेशा हर रोज़ क्लीन रखो तो उन्होंने ऑर्गेनाइज करके रखो। सो ये थोड़ी जी गल कर लैंने आ। सब तो पहली गल कि हर एक घर दे विच इन्नी क स्पेस तो जरूर हुंदी है जिथे बच्चा बैठ के प्रॉपर तरीके दे नाल आपदी स्टडी उत्ते कॉन्सनट्रेट कर सके। सो सब तो पहली गल तो घर दे विच इहो जी स्पेस लभो जिथे तुसी पीसफुली पढ़ सको, जिथे तुहानूं घर दा कोई भी रौला रप्पा ना सुने ते तुसी डिस्ट्रैक्ट ना होवो किसी दियां भी गल्लां तो, किसी भी क्राउड तो, ठीक है। दूजी गल, जिथे तुसी बैठ के पढ़ रहे हो तो उत्थे जिन्नी भी जगह हैगी आ वो प्रॉपर तरीके दे नाल क्लीन होवे, क्योंकि जिहड़ियां वाइब्स ने ना, वाइब्रेशनस आउंदियां ने चीज़ां दे विचों वो बहुत ज़्यादा मैटर करदियां ने। मेरे लिए तो चीज़ बहुत ज़्यादा मैटर करदी है। अगर तुहाडे आसे पासे खलारा ही हैगा, नैगेटिविटी उहदे विचों तुहानूं मिलूगी, ठीक है। तुसीं देखिआ होगा घर दे विच कई बार जो बहुत सारा खलारा हुंदा, सानूं चीज़ां नहीं लभदियां तो असीं बहुत ज़्यादा इरीटेट हो जाते हैं, फ्रस्ट्रेट हो जाते हैं। सो क्लीन करके रखो। कोई भी इहो जी चीज़ तुहाडे डेस्क ते नहीं होनी चाहिए जिहड़ी तुहानूं तुहाडे रस्ते तो भटकावे, ठीक है। सारियां चीज़ां स्टडीज़ दे रिगार्डिंग ही उत्थे होण, वॉल्स दे उपर वधिया वधिया क्योट्स लगे होण जिहड़े कि तुहानूं मोटिवेट करन तुहाडू स्टडीज़ दे रिगार्डिंग, ठीक है। इस तो इलावा जो भी तुसीं पढ़न बैठना तो कोशिश करो कि तुहाडी जिहड़ी बैक है स्ट्रेट होवे, तुसीं स्टडी टेबल ते बैठ के पढ़ो रैदर दैन बैड दे उपर, ठीक है। ये नाल भी तुहानूं नींद भी आऊगी प्लस तुहाडे तो पढ़िया भी नहीं जाऊगा। सो आई होप कि तुसीं आपदे जिहड़े स्टडी टेबल नूं ऑर्गेनाइज करके रखोगे, वैल ऑर्गेनाइज करके रखोगे, प्लस वो स्टडी टेबल नूं देख के तुहानूं मोटिवेशन भी जरूर मिलूगी, क्योंकि जिन्ना ज़्यादा साफ एरिया होगा, जिन्ना ज़्यादा तुहाडे स्टडी के अकॉर्डिंग वो चीज़ बनी होगी, उन्ना ज़्यादा ही तुहाडा पढ़न का मन भी करूँगा। नैक्सट स्टैप इज़ क्रिएट योर इंटरस्ट इन योर स्टडीज़। सो पढ़ाई दे विच आपदा इंटरस्ट क्रिएट करो, क्योंकि जो साडा इंटरस्ट हुंदा किसी भी चीज़ दे विच, चाहे साडे ड्रीम्स नूं लैके आ, जॉब्स नूं लैके आ, स्टडीज़ नूं लैके आ, लाइफ दे विच किते भी हैगा, ठीक है, तो उदों असीं कदे भी डिस्ट्रैक्ट नहीं हुंदे हैगे। ये चीज़ तुसीं हमेशा याद रखियो, या तुसीं ये चीज़ फाइंड आउट भी कर सकदे हो कि चाहे तुहाडा स्टडीज़ दे विच, फैशनस दे विच, किसी दे विच भी अगर तुहाडा इंटरस्ट हैगा ना, तुहाडे आसे पासे कुछ भी हो रहा होवे, तुसीं डिस्ट्रैक्ट हुंदे ही नहीं हैगे। तो स्टडीज़ दे विच भी सेम फॉर्मूला अप्लाई करो कि इंटरस्ट क्रिएट करो हरेक सबजैक्ट नूं जानन दी, ठीक है। आपदे अंदर क्यूरियोसिटी लैके आओ, नवे नवे मैथड्स आपदे उपर इंप्लीमेंट करो। लाइक अगर तुहानूं उच्ची उच्ची बोल के पढ़ना पसंद हैगा तो सैल्फ स्टडी करना सैल्फ स्टडी करना शुरू करो, या फिर तुसीं वीडियोज़ तो देख के पढ़ना स्टार्ट करो, या फिर तुसीं आपदे फ्रेंड्स ग्रुप सर्कल्स जिवें भी, ठीक है, नवे नवे मैथड्स अप्लाई करो जिहदे विच तुहाडा इंटरस्ट क्रिएट हुंदा, दैन उस मैथड नूं फॉलो करो। तो कुछ क समय बाद आपदे मैथड नूं चेंज करदे रहो, जिहदे नाल जिहड़ी मोनोटनस हैगी आ ब्रेक हो जूगी, मीनस बॉर्डन जिहड़ी आ ब्रेक हो जूगी, तो तुहानूं हर बारी कुछ ना कुछ नवा सीखण नूं, कुछ रिफ्रैश माइंड जिहड़ा तुहाडा हुंदा रहूगा। सो आई होप कि इस तरीके नूं भी तुसीं फॉलो करोगे तो आपदे इंटरस्ट नूं क्रिएट करोगे। लैट्स टॉक अबाउट द लास्ट एंड द मोस्ट इंपॉर्टेंट टिप, दैट इज़ रिमेंबर योर गोल्स बिफोर डूइंग स्टडी। सो जो भी तुसीं स्टडी करन बैठो आपदे गोल्स नूं हमेशा रिमेंबर रखो। सब तो वड्डी इस तो बाद अगर मैं डिस्ट्रैक्शन की गल करां तो डिस्ट्रैक्ट हो जाने असीं लोकां दीयां गल्लां तो। कई बारी लोग सानूं इन्ना क ज़्यादा डीमोटिवेट कर दिंदे ने या इहो जिहा कुछ बोल दिंदे ने तो असीं खुद डीमोटिवेट हो जाने उन्हां दीयां गल्लां सुन के, ते साडा ध्यान जिहड़ा हैगा साडे गोल्स तो लैके साडी पढ़ाई नूं लैके जिहड़ा साडा हट जांदा है। तो उस केस दे विच तुसीं करना की आ कि हमेशा उन्हां दीयां गल्लां सुनो, ठीक है, दिमाग च रखो, बट इन अ पॉजिटिव वे। पॉजिटिव वे का मतलब कि कई बार की होंदा है कि किसी दियां गल्लां कईयां साडे अंदर इन्ना क जनून पैदा कर दिंदियां ने ना कि असीं आपदे जिहड़े गोल्स नूं लैके होर भी ज़्यादा जिहड़े आ पॉजिटिव हो जाते हैं, होर भी ज़्यादा साडे विच एनर्जी आ जाती है उन्होंने अचीव करन दी। तो हमेशा लोगों दी कईयां हुईयां गल्लां नूं पॉजिटिव वे दे नाल लो, उन्हां गल्लां नूं याद रखो, बट पॉजिटिव वे दे विच कि हाँ हुण असीं इन्हां नूं कुछ ना कुछ करके जरूर दिखाउणा है। सैकेंडली कि आपदे गोल्स नूं हमेशा याद रखो, अगर तुसीं उन्हां गोल्स नूं लैना चाहुंदे हो तो स्ट्रगल, मेहनत, हार्ड वर्क तुहानूं ही करना पऊगा, ठीक है। तो जो भी पढ़न बैठो आपदे स्टडी टेबल के अगे उन्होंने गोल्स में स्टिक करो तो हमेशा उन्होंने देखा करो तो फिर स्टडी करन बैठा करो। ये हो ही नहीं सकता कि डिस्ट्रैक्शनस तुहानूं डिस्ट्रैक्ट करन, क्योंकि जिहड़े परसन आपदे गोल्स आपदे ऑब्जैक्टिव्स नूं लैके सिंसीयर ने तो उन्होंने अचीव करना चाहुंदे ने, उन्हां लई ये डिस्ट्रैक्शन वर्ड्स बने ही नहीं, उन्होंने कोई चीज़ डिस्ट्रैक्ट करती ही नहीं हैगी, ठीक है। आपदियां रियल लाइफ सिचुएशनस नूं देख के मोटिवेट हो। अगर थोड़ी लाइफ दे विच कुछ इदां दा होया हुआ है जिहदी वजह करके तुहानूं आया कि असीं लाइफ दे विच कुछ बणीए, वधिया मार्क्स लईए, अगर लोकां ने इहो जिहियां गल्लां कहीआं तो उन्हां नूं मद्देनज़र रख के, उन्हां नूं दिमाग दे विच रख के
ਪੋਜ਼ਿਟਿਵ ਵੇ ਦੇ ਨਾਲ ਆਪਦੇ ਆਪ ਨੂੰ ਮੋਟੀਵੇਟ ਕਰੋ। ਠੀਕ ਹੈ, ਵੀਡੀਓਜ਼ ਦੇਖ ਕੇ ਮੋਟੀਵੇਟ ਕਰ ਸਕਦੇ ਹੋ ਆਪਦੇ ਆਪ ਨੂੰ। ਬਹੁਤ ਸਾਰੀਆਂ ਇੱਦਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ YouTube ਦੇ ਉੱਪਰ ਬਣੀਆਂ ਨੇ। ਆਪਦੇ ਫਾਦਰ ਮਦਰ ਦੇ ਰੀਅਲ ਲਾਈਫ, ਉਹਨਾਂ ਦਾ ਸਟਰਗਲ ਦੇਖ ਕੇ ਤੁਸੀਂ ਆਪਦੇ ਆਪ ਨੂੰ ਮੋਟੀਵੇਟ ਕਰ ਸਕਦੇ ਹੋ ਜਿਸ ਮਰਜ਼ੀ ਤਰੀਕੇ ਨਾਲ, ਜਿਹਦੇ ਨਾਲ ਵੀ ਤੁਸੀਂ ਮੋਟੀਵੇਟ ਹੁੰਦੇ ਹੋ। ਆਪਦੇ ਆਪ ਨੂੰ ਮੋਟੀਵੇਟ ਕਰੋ, ਆਪਦੀ ਸਟੱਡੀਜ਼ ਦੇ ਉੱਪਰ ਧਿਆਨ ਦਿਓ, ਕਿਉਂਕਿ ਸਟੱਡੀ ਦੇਖੋ ਮੇਰੀ ਗੱਲ ਸੁਣੋ, ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਅਸੀਂ ਕਿਵੇਂ ਨਾ ਕਿਵੇਂ ਖਰੀਦ ਸਕਦੇ ਹਾਂ। ਘਰ ਦੇ ਕੰਮ ਨੇ, ਠੀਕ ਹੈ, ਉਹ ਅਸੀਂ ਸਿੱਖ ਸਕਦੇ ਹਾਂ ਲਾਈਫ ਦੇ ਵਿੱਚ ਕਦੋਂ ਵੀ। ਸਟੱਡੀ ਦਾ ਜਿਹੜਾ ਟਾਈਮ ਪੀਰੀਅਡ ਹੈ ਚੱਲ ਰਿਹਾ 6th ਕਲਾਸ 7th ਕਲਾਸ 8th ਕਲਾਸ, ਉਹ ਅਸੀਂ ਸਿੱਖ ਸਕਦੇ ਹਾਂ ਬਟ ਕਦੋਂ ਵੀ। ਬਟ ਹੁਣ ਇੱਕ ਸਮਾਂ ਹੈ ਸਾਡੇ ਕੋਲੇ, ਅਗਰ ਅਸੀਂ ਇਸ ਚੀਜ਼ ਨੂੰ ਹੁਣ ਨਹੀਂ ਕਰਾਂਗੇ, ਹੁਣ ਵਧੀਆ ਸਕੋਰਸ ਨਹੀਂ ਲਵਾਂਗੇ ਤਾਂ ਫਿਰ ਉਹ ਅੱਗੇ ਜਾ ਕੇ ਅਸੀਂ ਨਹੀਂ ਕਰ ਪਾਵਾਂਗੇ, ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਪ੍ਰੋਪਰ ਟਾਈਮ ਹੁੰਦਾ ਹੈ ਨਾ। ਅਗਰ ਉਸ ਟਾਈਮ 'ਤੇ ਤੁਸੀਂ ਨਹੀਂ ਕਰੋਗੇ ਤਾਂ ਅੱਗੇ ਜਾ ਕੇ ਤੁਸੀਂ ਪਛਤਾਵਾ, ਹੈ ਨਾ, ਤੁਹਾਨੂੰ ਪਛਤਾਵਾ ਹੋਊਗਾ, ਤੁਹਾਨੂੰ ਬਹੁਤ ਜ਼ਿਆਦਾ ਗਿਲਟ ਮਹਿਸੂਸ ਹੋਊਗਾ। ਤਾਂ ਇਹਦੇ ਲਈ ਬੈਟਰ ਹੈ ਕਿ ਅੱਜ ਤੋਂ ਹੀ ਤੁਸੀਂ ਸਿੰਸੀਅਰ ਹੋ ਜਾਓ ਹਰ ਇੱਕ ਚੀਜ਼ ਨੂੰ ਲੈ ਕੇ, ਚਾਹੇ ਉਹ ਹੈਲਥ ਹੈ, ਚਾਹੇ ਉਹ ਸਟੱਡੀ ਹੈ, ਚਾਹੇ ਉਹ ਟਾਈਮ ਹੈ, ਕਿਉਂਕਿ ਹਰ ਚੀਜ਼ ਲੰਘਦੀ ਜਾ ਰਹੀ ਹੈ। ਠੀਕ ਹੈ, ਉਸ ਚੀਜ਼ ਨੂੰ, ਜੋ ਸਮਾਂ ਲੰਘ ਗਿਆ ਉਹਨੂੰ ਅਸੀਂ ਵਾਪਸ ਲੈ ਕੇ ਨਹੀਂ ਆ ਸਕਦੇ, ਬਟ ਇੰਨਾ ਜ਼ਰੂਰ ਹੈ ਕਿ ਜੋ ਸਮਾਂ ਚੱਲ ਰਿਹਾ, ਜੋ ਸਮਾਂ ਆਉਣ ਵਾਲਾ ਹੈ, ਉਹਨੂੰ ਅਸੀਂ ਸੰਭਾਲ ਜ਼ਰੂਰ ਸਕਦੇ ਹਾਂ ਆਪਦੀ ਮਿਹਨਤ ਨਾਲ, ਆਪਦੀ ਸਿੰਸੈਰਿਟੀ ਨਾਲ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਸਮਝ 'ਚ ਆ ਗਈ ਹੋਊਗੀ ਕਿ ਮੈਂ ਕਹਿਣਾ ਕੀ ਚਾਹ ਰਹੀ ਹਾਂ, ਕਿ ਹਮੇਸ਼ਾ ਆਪਦੇ ਗੋਲਸ ਨੂੰ ਯਾਦ ਰੱਖੋ, ਆਪਦੇ ਆਪ ਨੂੰ ਮੋਟੀਵੇਟ ਰੱਖੋ। ਠੀਕ ਹੈ, ਅਗਰ ਤੁਸੀਂ ਟਾਈਮ ਟੇਬਲ ਬਣਾ ਰਹੇ ਹੋ, ਉਸ ਟਾਈਮ ਟੇਬਲ ਦੇ ਵਿੱਚ ਆਪਦੇ ਅਕੋਰਡਿੰਗ ਆਪਦੇ ਆਪ ਨੂੰ ਟਾਈਮ ਦੇ ਰਹੇ ਹੋ ਕਿ ਸਾਨੂੰ ਅੱਧਾ ਘੰਟਾ ਫੋਨ ਚਲਾਉਣਾ ਹੈ। ਠੀਕ ਹੈ, ਇਹ ਤੋਂ ਇਲਾਵਾ ਵੀ ਅਗਰ ਤੁਸੀਂ ਟਾਈਮ ਦੇ ਰਹੇ ਹੋ ਮੋਬਾਈਲ ਫੋਨ ਨੂੰ ਤਾਂ ਉਹਦੇ ਵਿੱਚ ਗਲਤੀ ਕਿਹਦੀ ਹੈ ਜੀ? ਤੁਹਾਡੀ ਆ। ਅਗਰ ਉਹਦੇ ਬਾਅਦ ਵੀ ਇੰਨੇ 2 ਦਿਨ ਆਪਦੇ ਆਪ ਨੂੰ ਐਨਾਲਿਸਿਸ ਕਰਨ ਤੋਂ ਬਾਅਦ ਜੋ ਟਾਈਮ ਟੇਬਲ ਤੁਸੀਂ ਬਣਾਇਆ ਹੈ ਆਪਦੇ ਸਮਝ ਦੇ ਅਕੋਰਡਿੰਗ, ਆਪਦੇ ਅਕੋਰਡਿੰਗ ਅਗਰ ਉਸ ਨੂੰ ਤੁਸੀਂ ਫੋਲੋ ਨਹੀਂ ਕਰ ਰਹੇ, ਉਸੇ ਟਾਈਮ ਟੇਬਲ ਦੇ ਅਕੋਰਡਿੰਗ ਨਹੀਂ ਚੱਲ ਰਹੇ ਜਿਹੜਾ ਤੁਸੀਂ ਬਣਾਇਆ, ਕਿਸੇ ਹੋਰ ਨੇ ਨਹੀਂ ਬਣਾਇਆ, ਤਾਂ ਉਹਦੇ ਵਿੱਚ ਗਲਤੀ ਕਿਹਦੀ ਹੈ ਜੀ? ਤੁਹਾਡੀ ਹੀ ਹੋਊਗੀ। ਠੀਕ ਹੈ, ਅਗਰ ਕੁਝ ਬਣਨਾ ਹੈ ਤਾਂ ਛੋਟੇ ਛੋਟੇ ਸੈਕਰੀਫਾਈਸ ਲਾਈਫ ਦੇ ਵਿੱਚ ਕਰਨੇ ਪੈਣਗੇ। ਇਹਨਾਂ ਛੋਟੇ ਛੋਟੇ ਸੈਕਰੀਫਾਈਸ ਦੇ ਨਾਲ ਹੀ ਤੁਸੀਂ ਜਿਹੜੇ ਜਿੱਤ ਦੀ ਖੁਸ਼ੀ ਹੈ ਨਾ ਉਹਨੂੰ ਬਹੁਤ ਜ਼ਿਆਦਾ ਮਹਿਸੂਸ ਕਰ ਪਾਓਗੇ, ਫੀਲ ਕਰ ਪਾਓਗੇ, ਅਤੇ ਤੁਹਾਨੂੰ ਖੁਸ਼ੀ ਵੀ ਬਹੁਤ ਜ਼ਿਆਦਾ ਹੋਊਗੀ ਜਦੋਂ ਤੁਹਾਨੂੰ ਉਹ ਚੀਜ਼ ਮਿਲ ਜੂਗੀ। ਠੀਕ ਹੈ, ਸੋ ਸੈਕਰੀਫਾਈਸ ਛੋਟੇ ਛੋਟੇ, ਜ਼ਿਆਦਾ ਨਹੀਂ, ਥੋੜ੍ਹਾ ਬਹੁਤਾ। ਅਗਰ 5-10 ਮਿੰਟ ਫੋਨ ਨਹੀਂ ਚਲਾਇਆ, ਕੋਈ ਵੱਡੀ ਗੱਲ ਨਹੀਂ ਹੈਗੀ। ਠੀਕ ਹੈ, ਅਗਰ 10 ਮਿੰਟ 15 ਮਿੰਟ ਤੁਸੀਂ ਵੱਧ ਵੀ ਪੜ੍ਹ ਲਏ, ਠੀਕ ਹੈ, ਜਾਂ ਪੜ੍ਹਾਈ ਨੂੰ ਵੀ ਦੇ ਲਿਆ, ਉਹਦੇ ਨਾਲ ਜੋ ਗਿਆਨ, ਜੋ ਨੌਲੇਜ ਮਿਲੀ ਉਹ ਤੁਹਾਨੂੰ ਹੀ ਮਿਲੀ ਨਾ, ਤੁਹਾਡੇ ਫਰੈਂਡਸ ਨੂੰ ਤਾਂ ਨਹੀਂ ਮਿਲੀ, ਕਿਸੇ ਹੋਰ ਨੂੰ ਤਾਂ ਨਹੀਂ ਮਿਲੀ, ਉਹਦਾ ਬੈਨੀਫਿਟ ਤੁਹਾਨੂੰ ਹੀ ਮਿਲੂਗਾ। ਫੋਨ ਦੇ ਬਹੁਤ ਸਾਰੇ ਬੈਨੀਫਿਟਸ ਨੇ, ਠੀਕ ਹੈ, ਬਟ ਅਗਰ ਐਕਸੈਸ ਦੇ ਵਿੱਚ ਅਗਰ ਕੋਈ ਵੀ ਚੀਜ਼ ਹੁੰਦੀ ਹੈ, ਚਾਹੇ ਫੋਨ ਹੈ, ਚਾਹੇ ਸੌਣਾ ਹੈ, ਚਾਹੇ ਪੜ੍ਹਾਈ ਆ, ਉਹ ਮਾੜੀ ਹੀ ਹੁੰਦੀ ਆ। ਤਾਂ ਇਸੇ ਲਈ ਟਾਈਮ ਟੇਬਲ ਬਣਾਇਆ ਜਾਂਦਾ ਹੈ ਹਰ ਇੱਕ ਚੀਜ਼ ਨੂੰ ਪ੍ਰੋਪਰ ਟਾਈਮ ਦੇਣ ਦੇ ਲਈ, ਤਾਂ ਕਿ ਕਿਸੇ ਵੀ ਚੀਜ਼ ਲਈ ਐਕਸੈਸਿਵ ਟਾਈਮ ਨਾ ਜਾ ਰਿਹਾ ਹੋਵੇ ਅਤੇ ਉਹ ਜਿਹੜਾ ਟਾਈਮ ਹੈਗਾ ਉਹ ਸਾਡੇ ਲਈ ਕਿਤੇ ਅੱਗੇ ਜਾ ਕੇ ਡਰਾਬੈਕ ਨਾ ਬਣੇ। ਤਾਂ ਹਮੇਸ਼ਾ ਫੋਕਸਡ ਰਹੋ, ਮੋਟੀਵੇਟ ਰਹੋ ਆਪਦੇ ਗੋਲਸ ਨੂੰ ਲੈ ਕੇ, ਅਤੇ ਡਿਸਟਰੈਕਸ਼ਨਸ ਨੂੰ ਕਦੇ ਵੀ ਆਪਦੇ ਰਸਤੇ ਦੇ ਵਿੱਚ ਆਉਣ ਨਾ ਦਿਓ। ਅਤੇ ਇਹਨਾਂ ਸਾਰੀਆਂ ਟਿਪਸ ਨੂੰ ਫੋਲੋ ਕਰਕੇ ਤੁਸੀਂ ਡਿਸਟਰੈਕਸ਼ਨ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਤੁਸੀਂ ਆਪਦੀ ਲਾਈਫ ਦੇ ਵਿੱਚੋਂ ਰਿਮੂਵ ਕਰ ਸਕਦੇ ਹੋ, ਡੈਫੀਨੇਟਲੀ ਕਰ ਸਕਦੇ ਹੋ। ਹਮੇਸ਼ਾ ਪੋਜ਼ਿਟਿਵ ਜਜ਼ਬਾ ਜਿਹੜਾ ਹੈਗਾ ਆਪਦੇ ਵਿੱਚ ਬਣਾ ਕੇ ਰੱਖੋ ਕਿ ਹਾਂ ਅਸੀਂ ਕੁਛ ਵੀ ਕਰ ਸਕਦੇ ਹੈਗੇ ਹਾਂ, ਅਤੇ ਕਦੇ ਵੀ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆ ਕੇ ਡੀਮੋਟੀਵੇਟ ਨਾ ਹੋ, ਬਟ ਓਵਰ ਕੌਨਫੀਡੈਂਸ ਵੀ ਨਾ ਰੱਖੋ। ਠੀਕ ਹੈ, ਕੌਨਫੀਡੈਂਟ ਰਹੋ, ਮੋਟੀਵੇਟ ਰਹੋ। ਅਗਰ ਡੀਮੋਟੀਵੇਸ਼ਨ ਦੀ ਪ੍ਰੋਬਲਮ ਹੁੰਦੀ ਆ, ਆਪਦੇ ਆਪ ਨੂੰ ਸਮਝਾਓ, ਆਪਦੇ ਆਪ ਨੂੰ ਰਿਲੈਕਸ ਕਰੋ। ਠੀਕ ਹੈ, ਸਾਰੇ ਵੀਕ ਪੁਆਇੰਟਸ ਆਪਦੇ ਤੁਹਾਨੂੰ ਹੀ ਪਤਾ ਹੈ ਕਿ ਸਾਰੇ ਪੋਜ਼ੀਟਿਵ ਪੁਆਇੰਟਸ ਵੀ ਤੁਹਾਨੂੰ ਹੀ ਪਤਾ ਹੈ। ਆਪਦੇ ਆਪ ਨੂੰ ਕਿਵੇਂ ਚੇਂਜ ਕਰਨਾ, ਆਪਦੇ ਆਪ ਨੂੰ ਕੰਟਰੋਲ ਕਿਵੇਂ ਕਰਨਾ, ਉਹਦੀ ਪਾਵਰ ਵੀ ਤੁਹਾਡੇ ਹੱਥ ਦੇ ਵਿੱਚ ਹੀ ਹੈ। ਸੋ ਉਸ ਪਾਵਰ ਨੂੰ ਸਮਝੋ, ਉਸ ਪਾਵਰ ਨੂੰ ਜਾਣੋ ਅਤੇ ਆਪਦੇ ਆਪ ਨੂੰ ਚੇਂਜ ਕਰੋ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਦੈਨ ਇਸ ਵੀਡੀਓ ਨੂੰ ਲਾਈਕ ਕਰਨਾ, ਆਪਦੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨਾ, ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਇੰਟਰਸਟਿੰਗ ਨੌਲੇਜੇਬਲ ਵੀਡੀਓਜ਼ ਦੇਖਣ ਨੂੰ ਮਿਲਣ। ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਹੈਗਾ ਟਾਈਮ ਟੂ ਟਾਈਮ ਮਿਲਦਾ ਰਹੇ, ਅਤੇ ਤੁਸੀਂ ਕਿਸੇ ਵੀ ਨਵੀਂ ਅਤੇ ਇੰਟਰਸਟਿੰਗ ਵੀਡੀਓ ਨੂੰ ਮਿਸ ਨਾ ਕਰ ਪਾਓ। ਅਤੇ ਮੈਨੂੰ ਕੌਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਲਈ ਤੁਹਾਡੀ ਫੇਵਰੇਟ ਟਿਪ ਕਿਹੜੀ ਹੈਗੀ ਆ, ਐਂਡ ਕਿਹੜੀ ਟਿਪ ਤੁਹਾਨੂੰ ਸਭ ਤੋਂ ਵਧੀਆ ਲੱਗੀ, ਅਤੇ ਕਿਹੜੀ ਟਿਪ ਨੂੰ ਤੁਸੀਂ ਆਪਦੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਸਟਾਰਟ ਕਰਤਾ ਹੈਗਾ। ਤਾਂ ਇਹਦੇ ਨਾਲ ਮੈਨੂੰ ਵੀ ਥੋੜ੍ਹੀ ਜਿਹੀ ਮੋਟੀਵੇਸ਼ਨ ਮਿਲੂਗੀ ਕਿ ਯੈਸ, ਮੇਰੀਆਂ ਬਣਾਈਆਂ ਹੋਈਆਂ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਰਹਿ ਰਹੀਆਂ ਨੇ। ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਹੈਪੀ ਰਹੋ, ਖੁਸ਼ ਰਹੋ, ਮੋਟੀਵੇਟ ਰਹੋ ਅਤੇ ਪੋਜ਼ਿਟਿਵ ਰਹੋ। ਠੀਕ ਹੈ, ਫੋਕਸ ਰਹੋ ਆਪਦੇ ਗੋਲਸ ਦੇ ਪ੍ਰਤੀ। ਬਾਏ।